ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਹੋ ਤੁਸੀਂ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਮਨਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਣਗੇ। ਸੋ ਤੁਹਾਡੀ ਖਿਦਮਤ 'ਚ ਰੋਜ਼ ਇਸ ਵਾਲਾ ਵੀਜ਼ਾ ਲਾਈਵ ਸ਼ੋ ਲੈ ਕੇ ਹਾਜ਼ਰ ਹੁੰਦੇ ਹਾਂ। ਫਿਰ ਤੋਂ ਹਾਜ਼ਰ ਹੋ ਗਿਆ। ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ ਜੀ, ਵਿਦੇਸ਼ ਜਾਣ ਨੂੰ ਲੈ ਕੇ, ਕਿਸੇ ਮੁਲਕ ਨੂੰ ਜਾਣ ਨੂੰ ਲੈ ਕੇ, ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਹਰ ਰੋਜ਼ ਖਾਸ ਚਰਚਾ, ਖਾਸ ਮਹਿਮਾਨ ਮੇਰੇ ਨਾਲ ਹੁੰਦੇ ਨੇ। ਸੋ ਉਸੇ ਲੜੀ ਉਸੇ ਲਹਿਰ ਨੂੰ ਅੱਗੇ ਤੋਰਦੇ ਹੋਏ ਮੇਰੇ ਨਾਲ ਨੇ ਜੀ ਮੂਵ ਟੂ ਅਬਰੋਡ ਤੋਂ ਡਾਕਟਰ ਰੀਤ। ਸਵਾਗਤ ਕਰ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਜੀ? ਠੀਕ ਹੈ ਜੀ, ਤੁਸੀਂ ਦੱਸੋ? ਜੀ ਬਹੁਤ ਵਧੀਆ ਜੀ। ਸੋ ਸਾਡੇ ਜਿਹੜੇ ਦਰਸ਼ਕ ਨੇ ਜੀ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਪਿਛਲਾ ਸ਼ੋ ਬੜਾ ਧਮਾਕੇਦਾਰ ਰਿਹਾ, ਬਹੁਤ ਸਾਰੇ ਦਰਸ਼ਕਾਂ ਨੇ ਸਵਾਲ ਵੀ ਕੀਤੇ, ਉਸ ਦੇ ਉੱਤੇ ਵੀ ਉਹਨਾਂ ਸਵਾਲਾਂ ਦੇ ਉੱਤੇ ਵੀ ਚਰਚਾ ਕਰਾਂਗੇ। ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ ਤੁਸੀਂ ਡਿਸਕਸ ਕਰੋ, ਲੇਕਿਨ ਉਸ ਤੋਂ ਪਹਿਲਾਂ ਗੱਲਬਾਤ ਕਰਾਂਗੇ ਅੱਜ ਦੀ ਤਰੀਕ ਦੀ। ਬਹੁਤ ਵੱਡੀ ਤਰੀਕ ਹੈ ਅੱਜ, 6 ਅਗਸਤ ਆ ਗਈ, ਜਿਹਦਾ ਕਿ ਬਹੁਤ ਟਾਈਮ ਤੋਂ ਵੇਟ ਕੀਤਾ ਜਾ ਰਿਹਾ ਸੀ। ਸਤੰਬਰ ਇਨਟੇਕ ਦੇ ਵਿਦਿਆਰਥੀਆਂ ਨੂੰ ਇੱਕ ਇਸ ਦਿਨ ਦਾ ਬਹੁਤ ਇੰਤਜ਼ਾਰ ਸੀ ਕਿ ਇੱਕ ਬੰਨੇ ਲੱਗ ਜਾਣਗੇ, ਭਾਵੇਂ ਕਿਊਬਿਕ ਵਾਲੇ ਸਟੂਡੈਂਟ ਸੀ, ਭਾਵੇਂ ਉਹ ਹੋਰ ਪ੍ਰੋਵਿੰਸ ਵਾਲੇ ਵਿਦਿਆਰਥੀ ਸੀ। ਸੋ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਅੱਜ 6 ਤਰੀਕ ਆ ਗਈ ਹੈ, ਸੋ 100% ਸਾਰੇ ਵਿਦਿਆਰਥੀਆਂ ਦਾ ਅੱਜ ਜਿਹੜਾ ਰਿਜ਼ਲਟ ਹੈ ਨਿਕਲ ਕੇ ਆ ਚੁੱਕਿਆ? ਨਹੀਂ ਮਨਦੀਪ, 100% ਵਿਦਿਆਰਥੀਆਂ ਦਾ ਰਿਜ਼ਲਟ ਨਹੀਂ ਆਇਆ। ਜੇ ਆਪਾਂ ਗੱਲ ਕਰੀਏ ਤਾਂ 70-75% ਬੱਚਿਆਂ ਦਾ ਰਿਜ਼ਲਟ ਆ ਗਿਆ, ਕਾਫੀ ਹੱਦ ਤੱਕ ਪੋਜ਼ਿਟਿਵ ਆਇਆ ਹੈ, ਰਾਈਟ। ਤੇ 25% ਬੱਚੇ ਰਹਿ ਗਏ ਤੇ ਉਹਨਾਂ ਦਾ ਵੀ ਜਲਦੀ ਆ ਜਾਏਗਾ ਜੀ। ਬਿਲਕੁਲ, ਕੋਈ ਪ੍ਰੋਬਲਮ ਨਹੀਂ ਤੇ ਹੋਪਫੁਲੀ ਪੋਜ਼ਿਟਿਵ ਹੀ ਆਏਗਾ ਜੀ। ਪੋਜ਼ਿਟਿਵ ਆਏਗਾ। ਵੱਡੇ ਪੱਧਰ ਤੇ ਰਿਫਿਊਜ਼ਲ ਆਉਣ ਤੋਂ ਬਾਅਦ ਫਿਰ ਵੱਡੇ ਪੱਧਰ ਦੇ ਉੱਤੇ ਵੀਜ਼ੇ ਵੀ ਆਏ। ਸੋ ਹੁਣ ਜਿਹੜੇ ਰਹਿ ਗਏ ਨੇ ਵਿਦਿਆਰਥੀ, ਉਹ ਵੀ ਬਹੁਤ ਜਲਦੀ ਜਿਹੜਾ ਵੀਜ਼ਾ ਆ ਉਹ ਮਕਬੂਲ ਕਰਨਗੇ, ਹੈ ਨਾ। ਸੋ ਮਨ 'ਚ ਕੋਈ ਵੀ ਸਵਾਲ ਹੈ ਡਿਸਕਸ ਕਰ ਲਿਓ ਜੀ। ਪਿਛਲਾ ਅਸੀਂ ਜਿਹੜਾ ਸ਼ੋ ਕੀਤਾ ਸੀ ਉਹ ਸ਼ਾਰਟ ਟਰਮ ਟ੍ਰੇਨਿੰਗ ਦੇ ਉੱਪਰ ਕੀਤਾ ਸੀ। ਬਿਲਕੁਲ, ਸ਼ਾਰਟ ਟਰਮ ਟ੍ਰੇਨਿੰਗ ਵੀਜ਼ਾ ਦੇ ਉੱਤੇ ਕੀਤਾ ਸੀ ਜੀ, ਉਸ ਦੇ ਉੱਪਰ ਕੀਤਾ ਸੀ। ਸੋ ਵਿਦਿਆਰਥੀਆਂ ਨੇ ਬਹੁਤ ਸਾਰੇ ਸਵਾਲ ਕੀਤੇ, ਲਾਈਵ ਸ਼ੋ ਦੌਰਾਨ ਕਾਲਸ ਆਈਆਂ, ਬਾਅਦ ਚ ਵੀ ਕਾਲਸ ਆਈਆਂ। ਸੋ ਹੁਣ ਅੱਜ ਵੀ ਸਾਡੇ ਬਹੁਤ ਸਾਰੇ ਐਸੇ ਦਰਸ਼ਕ ਹੋਣਗੇ ਜੋ ਨਵੇਂ ਸਾਡੇ ਨਾਲ ਜੁੜੇ ਹੋਣਗੇ। ਸੋ ਸਾਰਿਆਂ ਦੀ ਜਾਣਕਾਰੀ ਵਾਸਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਬੇਸਿਕ ਕੀ ਹੈ, ਘੱਟੋ ਘੱਟ ਕੀ ਪੜ੍ਹਾਈ ਚਾਹੀਦੀ ਹੈ, ਕਿੰਨਾ ਐਕਸਪੀਰੀਅੰਸ ਚਾਹੀਦਾ, ਇਹਦੇ ਬਾਰੇ ਜ਼ਰੂਰ ਨਜ਼ਰ ਮਾਰਾਂਗੇ। ਮਨਦੀਪ, ਇਟਸ ਅ ਸ਼ਾਰਟ ਟਰਮ ਟ੍ਰੇਨਿੰਗ ਵੀਜ਼ਾ। ਜੇ ਆਪਾਂ ਵੀਜ਼ੇ ਦੀ ਉਹਦੀ ਗੱਲ ਕਰੀਏ, ਡੈਫੀਨੇਸ਼ਨ ਦੀ ਗੱਲ ਕਰੀਏ, ਹੈ ਨਾ, ਤਾਂ ਇਹਦੀ ਡੈਫੀਨੇਸ਼ਨ ਦੇ ਵਿੱਚ ਹੀ, ਇਹਦੀ ਲਾਈਨ ਦੇ ਵਿੱਚ ਹੀ ਇਹਦੀ ਡੈਫੀਨੇਸ਼ਨ ਹੈ, ਰਾਈਟ, ਕਿ ਇਹਦੇ ਵਿੱਚ ਬੱਚੇ ਨੂੰ ਟ੍ਰੇਨਿੰਗ ਦੇ ਉੱਤੇ ਭੇਜਿਆ ਜਾਂਦਾ ਹੈ ਤੇ ਬੱਚਾ ਟ੍ਰੇਨਿੰਗ ਕੰਪਲੀਟ ਕਰਕੇ ਉੱਥੇ ਪਲੇਸਡ ਹੋ ਜਾਂਦਾ ਔਨ a job, right? And that job is highly paid, ठीक है ना, depending upon the training. If I talk about the eligibility criteria, if a person is minimum 10th and he has any experience in any line, either the person should have experience or he should have 10th minimum, then he can apply under this visa जी, ठीक है। बहुत सारे ऐसे दर्शक सी ਜਿਹੜੇ ਕਾਲਸ ਕਰਦੇ ਹੁੰਦੇ ਸੀ ਕਿ 10 ਪੜੇ ਹੋਏ ਆ ਜੀ, 10 ਸਾਲ ਦਾ ਐਕਸਪੀਰੀਅੰਸ ਹੈ, 8 ਸਾਲ ਦਾ ਐਕਸਪੀਰੀਅੰਸ ਹੈ, ਸਟੱਡੀ ਵੀਜ਼ਾ ਤੇ ਵੀ ਨਹੀਂ ਜਾ ਸਕਦੇ ਹੁੰਦੇ ਸੀ, ਵਰਕ ਪਰਮਿਟ ਦਾ ਕੋਈ ਹੀ ਲੱਭ ਸੀਲਾ ਨਹੀਂ ਸੀ ਮਿਲਦਾ, ਤੇ ਪੀਆਰ ਵਾਸਤੇ ਪੁਆਇੰਟ ਜਿਹੜੇ ਉਹਨਾਂ ਦੇ ਕਾਊਂਟ ਨਹੀਂ ਹੁੰਦੇ ਸੀ। ਸੋ ਕਿਤੇ ਨਾ ਕਿਤੇ ਇਹ ਉਹਨਾਂ ਵਿਦਿਆਰਥੀਆਂ ਵਾਸਤੇ, ਉਹਨਾਂ ਐਪਲੀਕੈਂਟ ਵਾਸਤੇ ਫਾਇਦੇ ਦਾ ਸੌਦਾ ਹੋ ਗਿਆ ਜਿਹੜੇ ਘੱਟ ਪੜੇ ਨੇ ਤੇ ਤਜਰਬੇਕਾਰ ਹੈਗੇ ਨੇ। ਤਜਰਬਾ ਕਿੰਨੇ ਸਾਲਾਂ ਦਾ ਚਾਹੀਦਾ? ਦੇਖੋ, ਮੈਂ ਤੁਹਾਨੂੰ ਦੱਸਿਆ ਸੀ ਸ਼ਾਇਦ ਲਾਸਟ ਸ਼ੋ ਦੇ ਵਿੱਚ ਵੀ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਖੁਦ ਗਈ ਸੀ, ਰਾਈਟ, ਤੇ ਉੱਥੇ ਜਾ ਕੇ ਮੈਂ ਆਪਣੇ ਟਾਈ ਅਪਸ ਕੀਤੇ ਸਭ ਤੋਂ ਪਹਿਲਾਂ ਤਾਂ, ਸੋ ਦੈਟ ਆਈ ਕੈਨ ਗੈਟ ਇਨਵੀਟੇਸ਼ਨ। ਇਦਾਂ ਦੀਆਂ ਪ੍ਰੋਫਾਈਲਸ ਲਈ ਜਿਹੜੀਆਂ ਥੋੜੀਆਂ ਜਿਹਾ ਵੀਕ ਹੈਗੀਆਂ ਨੇ, ਉਹਨਾਂ ਲਈ ਮੈਂ ਇਨਵੀਟੇਸ਼ਨ ਅਰੇਂਜ ਕੀਤਾ, ਉੱਥੇ ਟਾਈ ਅਪਸ ਕੀਤੇ ਤੇ ਉਹਨਾਂ ਦੀਆਂ ਉਦਾਂ ਦੀਆਂ ਵੀਕ ਪ੍ਰੋਫਾਈਲਸ ਚੱਕੀਆਂ ਜਿਹੜੀਆਂ ਦਾ ਮਤਲਬ ਜਿਨ੍ਹਾਂ ਨੇ ਹੱਥ ਖੜੇ ਕਰਤੇ ਸੀ ਇੱਕ ਤਰ੍ਹਾਂ ਦੇ ਕਿ ਅਸੀਂ, ਸਾਡਾ ਵੀਜ਼ਾ ਨਹੀਂ ਲੱਗ ਸਕਦਾ, ਉਹਨਾਂ ਨੂੰ ਮੈਂ ਪੋਜ਼ਿਟਿਵ ਰਿਜ਼ਲਟ ਲਿਆ ਕੇ ਦਿੱਤਾ। ਉਮਰ ਨਾਲ ਵੀ ਕੋਈ ਤਾਲਮੇਲ ਹੈਗਾ? ਗੈਪ ਜਿਹੜਾ ਹੈ ਉਹ ਕਿੰਨਾ ਕੁ ਚਾਹੀਦਾ? ਔਰ ਇਸ ਤੋਂ ਬਾਅਦ ਐਕਸਪੀਰੀਅੰਸ, ਜਿਹੜਾ 3 ਸਵਾਲ ਇਕੱਠੇ ਹੋ ਚੱਲੇ ਨੇ ਵੀ ਐਕਸਪੀਰੀਅੰਸ ਵੀ ਕਿੰਨੇ ਸਾਲਾਂ ਦਾ ਚਾਹੀਦਾ? ਐਕਸਪੀਰੀਅੰਸ ਮਿਨੀਮਮ ਕਿਤੇ ਵੀ ਤੁਸੀਂ ਅਪਲਾਈ ਕਰਨਾ, ਜੇ ਤੁਹਾਡੇ ਕੋਲ ਮਿਨੀਮਮ 6 ਮੰਥ ਤੋਂ ਲੈ ਕੇ 1 ਸਾਲ ਤੱਕ ਦਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਅੰਡਰ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ। ਦੂਜੀ ਗੱਲ ਤੁਸੀਂ ਕਰੇ ਸੀ ਗੈਪ ਦੀ। ਗੈਪ ਦੀ ਮੈਂ ਪਹਿਲੇ ਸੱਟੀ ਮੁਕਾਤੀ ਸੀ ਕਿ ਜੇ ਤੁਹਾਡੇ ਕੋਲ ਕੋਈ ਵੀ ਐਕਸਪੀਰੀਅੰਸ ਹੈ, ਤੁਸੀਂ 10th ਪਾਸ ਹੈਗੇ ਹੋ, ਹਨਾ, ਤਾਂ ਤੁਸੀਂ ਇਸ ਵੀਜ਼ਾ ਦੇ ਅੰਡਰ ਅਪਲਾਈ ਕਰ ਸਕਦੇ ਹੋ। ਗੈਪ ਦੀ ਮੈਂ ਕੋਈ ਗੱਲ ਹੀ ਨਹੀਂ ਕੀਤੀ, ਗੈਪ ਡਸਨਟ ਮੈਟਰ ਜੀ। ਠੀਕ ਹੈ। ਉਮਰ ਦਾ ਵੀ ਕੋਈ ਲੈਣਾ ਦੇਣਾ ਹੈਗਾ ਕਿ ਇੰਨੀ ਉਮਰ? ਯੈਸ, ਡੈਫੀਨਿਟਲੀ ਮਿਨੀਮਮ 18th ਹੋਣੀ ਚਾਹੀਦੀ ਜੀ। ਵੱਧ ਉਮਰ ਕਿੰਨੀ ਹੋਵੇ? ਕਿਉਂਕਿ ਜੇ ਆਪਾਂ ਸਿੱਧੀ ਪੀਆਰ ਦੀ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਦੀ ਗੱਲ ਆ ਜਾਂਦੀ ਹੈ ਜੀ, 30 ਤੋਂ ਥੱਲੇ ਥੱਲੇ ਹੈਗੇ ਹੋ, ਠੀਕ ਹੈ। ਉਦੋਂ ਬਾਅਦ ਵੱਖ-ਵੱਖ ਚਲੋ ਜੋ ਵੀ ਪ੍ਰੋਗਰਾਮ ਹੈਗੇ ਨੇ। ਸੋ ਇਹ ਜਿਹੜਾ ਹੈਗਾ ਇਹ ਇੱਕ ਪ੍ਰਕਾਰ ਦਾ ਸ਼ਾਰਟ ਟਰਮ ਦਾ ਜਿਵੇਂ ਕੋਰਸ ਹੈਗਾ, ਕੁਝ ਇੱਕ ਟਾਈਮ ਦੀ ਪੜ੍ਹਾਈ ਹੈਗੀ ਹੈ, ਜਾਂ ਕਹਿ ਦਈਏ ਸਕਿੱਲਸ ਸਿੱਖਣ ਦਾ ਇੱਕ ਕੋਰਸ ਹੈਗਾ, ਡਿਪਲੋਮਾ ਕੋਰਸ, ਸਰਟੀਫਿਕੇਟ, ਇਹਦੇ ਵਾਸਤੇ ਵੀ ਕੋਈ ਉਮਰ ਦਾ ਹੈਗਾ? ਉਮਰ ਹੈ ਕਿ ਮਿਨੀਮਮ 10th ਹੋਣੀ ਚਾਹੀਦੀ ਹੈ, ਬਾਕੀ ਕੰਮ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਕੰਮ ਸਿੱਖਣ ਦੀ ਕੋਈ ਉਮਰ ਨਹੀਂ। 35 ਸਾਲ ਉਮਰ ਹੈ, 36 ਸਾਲ ਉਮਰ ਹੈ, 24 ਸਾਲ ਹੈ, ਜਿਹੜੀ ਏਜ ਇੱਕ ਐਪਰੋਪ੍ਰੀਏਟ ਏਜ ਕੈਨੇਡਾ ਨੇ ਰੱਖੀ ਹੋਈ ਹੈ ਕਿ ਬੰਦਾ ਇਸ ਏਜ ਤੱਕ, ਇੰਡੀਆ ਦੇ ਵਿੱਚ ਵੀ ਹੈਗੀ ਹੈ 60 ਸਾਲ ਦੀ ਬੱਚੇ, 60 ਸਾਲ ਦਾ ਬੰਦਾ ਜਾਂ 58 ਈਅਰ ਦਾ ਜਿਹੜਾ ਏਜ ਹੈਗੀ ਆ, ਉਹ ਕੰਮ ਕਰ ਸਕਦੇ ਨੇ। ਤਾਂ ਡੈਫੀਨੇਟਲੀ ਇਦਾਂ ਹੀ ਜਿਹੜਾ ਏਜ ਦਾ ਇੱਕ ਕ੍ਰਾਈਟੇਰੀਆ ਹੈਗਾ ਉਹ ਕੈਨੇਡਾ 'ਚ ਵੀ ਹੈਗਾ, ਤਾਂ ਦੈਟ ਇੰਪਲੀਮੈਂਟਸ ਔਨ ਦਿਸ।
ਜੀ ਠੀਕ ਹੈ। ਸੋ ਉਮਰ ਨਾਲ ਕੋਈ ਮੇਲ ਨਹੀਂ ਹੈਗਾ, ਤੁਹਾਡਾ ਐਕਸਪੀਰੀਅੰਸ ਵੀ ਜਿੱਦਾਂ ਮੈਡਮ ਨੇ ਦੱਸਿਆ ਵੀ ਘੱਟੋ ਘੱਟ 6 ਮਹੀਨਿਆਂ ਦਾ ਹੋਣਾ ਚਾਹੀਦਾ ਹੈ ਤੇ ਗੈਪ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ। ਬਾਕੀ ਮਨ 'ਚ ਕੋਈ ਵੀ ਸਵਾਲ ਹੈ ਡਿਸਕਸ ਕਰ ਸਕਦੇ ਹੋ। ਦਰਸ਼ਕਾਂ ਦੀ ਕਤਾਰ ਲੱਗੀ ਹੈ, ਕਾਲਸ ਲੈ ਲਈਏ ਜੀ। ਜੀ ਹਾਂਜੀ, ਸੋ ਸਾਡੇ ਨਾਲ ਸਾਡੇ ਦਰਸ਼ਕ ਜੁੜੇ ਨੇ ਜੀ। ਸਵਾਗਤ, ਸਤਿ ਸ਼੍ਰੀ ਅਕਾਲ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਂ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਜਾਣਕਾਰੀ ਚਾਹੁੰਦੇ ਹੋ ਜੀ? ਮੈਮ ਮੇਰਾ ਨਾਮ ਹਰਪ੍ਰੀਤ ਕੌਰ ਹੈ। ਓਕੇ, ਕਿੱਥੋਂ ਬੋਲ ਰਹੇ ਹੋ ਹਰਪ੍ਰੀਤ ਜੀ? ਲੁਧਿਆਣਾ ਤੋਂ ਜੀ। ਓਕੇ ਜੀ, ਕੀ ਜਾਣਕਾਰੀ ਚਾਹੁੰਦੇ ਹੋ? ਪ੍ਰੋਫਾਈਲ ਹੈ ਹਰਪ੍ਰੀਤ ਉਹ ਤੁਹਾਡੀ ਦੀ? ਦੇਖ ਰਹੀ ਸੀ Okay. ਜੀ। ਮੈਂ ਆਪਣੇ ਬੇਟੇ ਬਾਰੇ ਜਾਣਕਾਰੀ ਚਾਹੁੰਦੀ ਹਾਂ ਜੀ। ਰਾਈਟ, ਠੀਕ ਹੈ, ਕੀ ਜਾਣਕਾਰੀ ਚਾਹੁੰਦੇ ਹੋ? ਮੈਮ ਮੇਰੇ ਬੇਟੇ ਨੇ +2 ਕੀਤੀ ਹੈ ਤੇ 21 ਸਾਲ ਏਜ ਹੈ ਉਹਦੀ ਤੇ ਆਇਲਸ ਵੀ ਕਰ ਲਈ ਹੈ। 6 ਈਚ ਬੈਂਡ ਹੈਗੇ ਆ ਉਹਦੇ। ਠੀਕ ਤੇ ਹਾਂਜੀ, ਮੈਂ ਮੈਮ ਨੂੰ ਪੁੱਛਣਾ ਚਾਹੁੰਦੀ ਸੀ, ਰੀਤ ਮੈਮ ਨੂੰ, ਕਿ ਕੋਈ ਇਦਾਂ ਦਾ ਪ੍ਰੋਗਰਾਮ ਹੈ ਕਿ ਮੈਂ ਆਪਣੇ ਬੇਟੇ ਦੇ ਨਾਲ ਹੀ ਚਲੀ ਜਾਵਾਂ, ਬਿਕੋਜ਼ ਮੈਂ ਮੈਡਮ ਵਿਡੋ ਹੈਗੀ ਆ। ਤਾਂ ਮੈਂ ਆਪਣੇ ਬੱਚੇ ਨੂੰ ਉੱਥੇ ਲਾਈਕ ਇਦਾਂ ਅਸੀਂ ਜਾ ਨਹੀਂ ਸਕਦੇ, ਮਤਲਬ ਸਾਨੂੰ ਦੋਨਾਂ ਦਾ ਹੈ ਕਿ ਕੁਝ ਪੋਸੀਬਲ ਹੈ ਇਦਾਂ ਦਾ ਜੀ? ਹਰਪ੍ਰੀਤ ਨੂੰ ਹਾਂਜੀ ਹਰਪ੍ਰੀਤ ਦੇਖੋ ਇਦਾਂ ਹੈ ਕਿ ਜਿਹੜਾ ਤੁਹਾਡਾ ਬੱਚਾ ਹੈ ਉਹਨੇ +2 ਕੀਤੀ ਹੈ ਤੇ ਆਇਲਸ ਤੁਸੀਂ ਕਹਿ ਰਹੇ ਹੋ ਕਿ ਉਹਨੇ ਕੀਤੀ ਹੋਈ ਹੈ, ਡੈਫੀਨੇਟਲੀ ਉਹ ਸਟੱਡੀ ਵੀਜ਼ਾ ਤੇ ਜਾ ਸਕਦਾ, ਤੁਹਾਨੂੰ ਇਸ ਚੀਜ਼ ਦੀ ਨੌਲੇਜ ਹੋਏਗੀ। ਬਟ ਜੇ ਮੈਂ ਤੁਹਾਡੀ ਗੱਲ ਕਰਾਂ ਤਾਂ ਤੁਸੀਂ ਇੱਕਦਮ ਨਾਲ ਨਹੀਂ ਜਾ ਸਕਦੇ। ਜਦੋਂ ਉਹ ਬੱਚਾ ਤੁਹਾਡਾ ਉੱਥੇ ਪਹੁੰਚ ਗਿਆ ਉਸ ਤੋਂ ਬਾਅਦ ਤੁਹਾਡਾ ਅਸੀਂ ਡਿਪੈਂਡੈਂਟ ਵੀਜ਼ਾ ਲਗਵਾ ਕੇ ਤੁਹਾਨੂੰ ਅਸੀਂ ਉੱਥੇ ਭੇਜ ਸਕਦੇ ਹਾਂ ਉਹਨਾਂ ਦੇ ਨਾਲ। ਇਹ ਇੱਕ ਓਨਲੀ ਵੇ ਆਊਟ ਹੈ ਜਾਣ ਦਾ। ਅਦਰਵਾਈਜ਼ ਜੇ ਤੁਸੀਂ ਕਹੋਗੇ ਕਿ ਮੈਂ ਨਾਲ ਭੇਜਦਾ, ਮੈਂ ਨਾਲ ਨਹੀਂ ਭੇਜ ਸਕਦੀ ਤੁਹਾਨੂੰ। ਨਾਲ ਜਾਣ ਦਾ ਕੋਈ ਵੀ ਹੱਲ ਨਹੀਂ ਹੈ। ਸੋ ਕਿੰਨੇ ਕੁ ਟਾਈਮ ਬਾਅਦ ਵਿਦਿਆਰਥੀ ਜਾ ਕੇ ਆਪਣੇ ਪੇਰੈਂਟਸ ਨੂੰ ਬੁਲਾ ਸਕਦਾ? ਬੱਚੇ ਜਦੋਂ ਚਲੇ ਜਾਂਦੇ ਨੇ, ਆਈਡਲੀ ਅਸੀਂ ਇਹੀ ਰეკਮੈਂਡ ਕਰਦੇ ਹਾਂ ਕਿ ਤੁਸੀਂ ਜਾਓ, 1 ਸਮੈਸਟਰ ਕੰਪਲੀਟ ਕਰੋ। 1 ਸਮੈਸਟਰ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਜਿਹੜਾ ਡਿਪੈਂਡੈਂਟ ਵੀਜ਼ਾ ਕਿਸੇ ਦਾ ਵੀ ਅਪਲਾਈ ਕਰੋ ਜੀ। ਸੋ 6 ਮਹੀਨੇ ਤਾਂ ਆਰਾਮ ਨਾਲ ਨਿਕਲ ਹੀ 4 ਤੋਂ ਜਾਂਦੇ 5 ਮਹੀਨੇ। ਨੇ। ਬਿਲਕੁਲ ਜੀ, ਬਿਲਕੁਲ। ਸਮਾਜ ਕੋਈ ਵੀ ਸਵਾਲ ਹੈ ਜੀ ਡਿਸਕਸ ਕਰਦੇ ਰਿਹਾ ਕਰੋ। ਨੈਕਸਟ ਕਾਲਰ ਵੀ ਨਾਲ ਨੇ ਜੀ। ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੰਪਰਕ ਟੁੱਟ ਗਿਆ ਹੈ ਜੀ। ਪਲੀਜ਼ ਜਦੋਂ ਵੀ ਕਾਲ ਕਰਦੇ ਹੁੰਦੇ ਹੋ ਨੈਟਵਰਕ 'ਚ ਆ ਕੇ ਕਾਲ ਕਰਿਆ ਕਰੋ ਤੇ ਟੀਵੀ ਦੀ ਆਵਾਜ਼ ਇੱਕ ਹੋਰ ਗੱਲ ਆਪਾਂ ਬੰਦੀਪ ਐਡ ਆਨ ਕਰ ਲੈਂਦੇ ਆ, ਸੋ ਦੈਟ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇੱਕ ਇਹ ਚੀਜ਼ ਕਲੀਅਰ ਹੋ ਜਾਵੇ ਕਿ ਐਕਚੁਅਲ 'ਚ ਇਹ ਸਿਨੈਰੀਓ ਕੀ ਹੈ। ਦੇਖੋ ਜਿਹੜੇ ਆਪਣੇ ਬੱਚੇ ਨੇ ਉਹ ਟੋਟਲੀ ਅਨਸਕਿਲਡ ਨੇ, ਠੀਕ ਹੈ ਨਾ। ਅਨਸਕਿਲਡ ਬੱਚੇ ਨੂੰ ਆਪਾਂ ਸਕਿਲਡ ਬਣਾਵਾਂਗੇ, ਸਕਿਲਡ ਬਣਾ ਕੇ ਉਹਦੀ ਪਲੇਸਮੈਂਟ ਕਰਾ ਦਾਂਗੇ। ਦਿਸ ਇਜ਼ ਦ ਬੇਸਿਕ ਆਈਡੀਆ ਅਬਾਊਟ ਜਿਹੜਾ ਸਟੱਡੀ ਵੀਜ਼ਾ ਟ੍ਰੇਨਿੰਗ ਪ੍ਰੋਗਰਾਮ ਹੈਗਾ। ਠੀਕ ਹੈ, ਠੀਕ ਹੈ। ਟ੍ਰੇਨਿੰਗ ਜਿਹੜੀ ਹੈਗੀ ਉਹ ਜਿਹੜਾ ਬੱਚੇ ਦਾ ਇੰਟਰਸਟ ਆ ਉਹਦੇ ਵਿੱਚ ਹੋ ਸਕਦੀ ਹੈ ਜੀ। ਠੀਕ ਹੈ ਜੀ। ਸਮਾਜ ਕੋਈ ਵੀ ਸਵਾਲ ਹੈ ਡਿਸਕਸ ਕਰ ਲਿਓ। ਉਹਨਾਂ ਦੀ ਗੱਲ ਕਰ ਲਈ। ਐਪਲੀਕੈਂਟ ਜਿਹੜਾ ਹੈ, ਕੋਈ ਵੀ ਐਪਲੀਕੈਂਟ ਚਲੋ ਅਪਲਾਈ ਕਰ ਸਕਦਾ ਹੈ, ਉਹ ਇੰਡੀਆ ਦੇ ਕਿਸੇ ਮਰਜ਼ੀ ਕੋਨੇ 'ਚ ਬੈਠਾ ਹੋਵੇ, ਅਪਲਾਈ ਕਰ ਲਿਆ। ਕੀ ਕੋਈ ਵਿਦਿਆਰਥੀ ਜਿਹਨੇ ਪਹਿਲਾਂ ਸਟੂਡੈਂਟ ਵੀਜ਼ਾ ਜਿਹਦਾ ਰਿਫਿਊਜ਼ ਹੋਇਆ ਹੈ ਜਾਂ ਹੋਰ ਇੱਧਰ ਉੱਧਰ ਦੇ ਪੰਗੇ ਲਏ ਨੇ ਜੀ, ਕਿਤੇ ਵਰਕ ਪਰਮਿਟ ਦੇ ਚੱਕਰ 'ਚ ਪੈ ਰਿਹਾ ਵਾ ਜਾਂ ਕੋਈ ਹੋਰ ਵੀ, ਕਿਉਂਕਿ ਕਈ ਕੰਸਲਟੈਂਟ ਵੱਖ-ਵੱਖ ਤਰੀਕੇ ਦੀਆਂ ਸਲਾਹਾਂ ਦੇ ਦਿੰਦੇ ਨੇ। ਸੋ 2-3 ਰਿਫਿਊਜ਼ਲਾਂ ਲਵਾਈਆਂ ਹੋਈਆਂ ਨੇ ਪਾਸਪੋਰਟ ਦੇ ਉੱਪਰ ਆਲਰੇਡੀ। ਸੋ ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦਾ ਤੇ ਉਹਦੇ ਕਿੰਨੇ ਕੁ ਚਾਂਸ ਰਹਿ ਜਾਂਦੇ ਨੇ ਉਹਦਾ ਵੀਜ਼ਾ ਲੱਗਣ ਦੇ? ਰਿਫਿਊਜ਼ਲ ਦਾ ਤੇ ਨੈਕਸਟ ਵੀਜ਼ਾ ਦਾ ਆਪਸ ਵਿੱਚ ਵੈਸੇ ਕੋਈ ਲਿੰਕ ਹੈ ਨਹੀਂ। ਠੀਕ ਹੈ। ਤੁਹਾਡਾ ਰਿਫਿਊਜ਼ਲ ਆਈ ਹੈ, ਰਿਫਿਊਜ਼ਲ ਦਾ ਮਤਲਬ ਇਹ ਨਹੀਂ ਹੈਗਾ ਕਿ ਹੁਣ ਤੁਸੀਂ ਵੀਜ਼ਾ ਨਹੀਂ ਕਿਉਂਕਿ ਅਪਲਾਈ ਜਦੋਂ ਕਰ ਸਕਦੇ। ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ, ਜਿੱਦਾਂ ਦੁਬਾਰਾ ਸਟੱਡੀ ਵੀਜ਼ਾ ਅਪਲਾਈ ਕਰਨਾ ਤਾਂ ਉੱਥੇ ਦਾ ਐਸਓਪੀ ਆ ਜਾਂਦੀ ਹੈ ਕਿ ਐਸਓਪੀ 'ਚ ਤੁਹਾਨੂੰ ਇੱਕ ਚੀਜ਼ ਮੈਂਸ਼ਨ ਕਰਨੀ ਪਊਗੀ। ਇੱਥੇ ਕਿਵੇਂ ਆਪਣਾ ਆਧਾਰ ਜਿਹੜਾ ਆ ਪੇਸ਼ ਕੀਤਾ ਜਾਊਗਾ? ਇੱਥੇ ਆਪਣਾ ਆਧਾਰ ਸਾਡੇ ਇਨਵੀਟੇਸ਼ਨ ਲੈਟਰ ਤੇ ਪੇਸ਼ ਕੀਤਾ ਜਾਊਗਾ। ਜੇ ਤੁਹਾਡੇ ਕੋਲ ਇਨਵੀਟੇਸ਼ਨ ਲੈਟਰ ਹੈ ਤਾਂ ਤੁਸੀਂ ਐਮਬੈਸੀ 'ਚ ਫਾਈਲ ਲਾ ਸਕਦੇ ਹੋ, ਅਦਰਵਾਈਜ਼ ਤੁਸੀਂ ਲਾ ਹੀ ਨਹੀਂ ਸਕਦੇ। ਠੀਕ ਹੈ। ਇਨਵੀਟੇਸ਼ਨ ਲੈਟਰ ਅਸੀਂ ਤੁਹਾਨੂੰ ਦਵਾਵਾਂਗੇ ਥਰੂ ਆਰ ਟਾਈ-ਅਪਸ ਜਿਹੜੇ ਅਸੀਂ ਕੈਨੇਡਾ 'ਚ ਕੀਤੇ ਠੀਕ ਹੈ, ਮਤਲਬ ਜਿਹੜੇ ਤੁਹਾਡੇ ਟਾਈ-ਅਪਸ ਨੇ ਉਹਨਾਂ ਦੇ ਥਰੂ ਮਿਲੂਗਾ। ਜੇ ਆਲਰੇਡੀ ਤੁਸੀਂ ਰਿਫਿਊਜ਼ ਵੀ ਹੋਏ ਹੋ, ਹਾਂ, ਜੇ ਤੁਸੀਂ ਕੋਈ ਫਰਕ ਨਹੀਂ ਹੈ। ਜੇ ਤੁਸੀਂ ਰਿਫਿਊਜ਼ਡ ਹੋ, ਠੀਕ ਹੈ ਨਾ, ਰਿਫਿਊਜ਼ਲ ਦਾ ਤੇ ਨੈਕਸਟ ਵੀਜ਼ਾ ਦਾ ਆਪਸ ਵਿੱਚ ਕੋਈ ਬੇਸਿਕਲੀ ਲਿੰਕ ਨਹੀਂ ਹੁੰਦਾ। ਤੁਹਾਡੇ ਰਿਫਿਊਜ਼ਲ ਦਾ ਕੋਈ ਨਾ ਕੋਈ ਰੀਜ਼ਨ ਹੁੰਦਾ। ਜੇ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਐਸਓਪੀ 'ਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਤੁਹਾਡਾ ਕੋਈ ਡਾਕੂਮੈਂਟ ਘੱਟ ਹੁੰਦਾ ਜਾਂ ਗੈਪ ਦੀ ਕੋਈ ਪ੍ਰੋਬਲਮ ਹੁੰਦੀ ਹੈ, ABCD ਪ੍ਰੋਬਲਮ, ਉਹਦੇ ਵਿੱਚ ਰੀਜ਼ਨ ਲਿਖਿਆ ਜਾਂਦਾ ਹੈ। ਸੈਕੰਡਲੀ ਜੇ ਟੂਰਿਸਟ ਵੀਜ਼ਾ ਤੇ ਵੀ ਤੁਸੀਂ ਜਾਂਦੇ ਹੋ ਤਾਂ ਉਹਦੇ ਵਿੱਚ ਵੀ ਇੱਕ ਰੀਜ਼ਨ ਦਿੱਤਾ ਜਾਂਦਾ ਹੈ। ਕੋਈ ਵੀ ਰਿਫਿਊਜ਼ਲ ਇੱਕ ਹੋਰ ਸਵਾਲ ਇੱਥੇ ਬੜਾ ਲਾਜ਼ਮੀ ਹੈ, ਮੈਨੂੰ ਲੱਗਦਾ ਪੁੱਛਣਾ ਚਾਹੀਦਾ ਹੈ। ਜਦੋਂ ਵਿਦਿਆਰਥੀ ਸਟੂਡੈਂਟ ਵੀਜ਼ਾ ਤੇ ਜਾਂਦਾ, ਸਟੱਡੀ ਕਰਨ ਲਈ ਜਾਂਦਾ, ਤਾਂ ਬਹੁਤ ਸਾਰੇ ਵਿਦਿਆਰਥੀ ਨੂੰ ਰਿਫਿਊਜ਼ਲ ਇਹ ਕਹਿ ਕੇ ਦਿੱਤੀ ਜਾਂਦੀ ਹੈ, ਬੇਸਿਕ ਕਾਮਨ ਰੀਜ਼ਨ ਹੈ ਵੀ ਤੁਸੀਂ ਵਾਪਸ ਨਹੀਂ ਆਓਗੇ, ਤੁਸੀਂ ਉੱਥੇ ਹੀ ਰਹਿ ਜਾਣਾ ਹੈ। ਉਹ ਵਿਦਿਆਰਥੀ ਵੀ ਇਹਦਾ ਹਿੱਸਾ ਬਣ ਸਕਦਾ ਹੈ, ਕਿਉਂਕਿ ਕਿਤੇ ਨਾ ਕਿਤੇ ਕੈਨੇਡੀਅਨ ਐਮਬੈਸੀ ਨੂੰ ਇਹ ਚੀਜ਼ ਤਾਂ ਸ਼ੋ ਹੋ ਰਹੀ ਹੈ ਕਿ ਜੇ ਇਹਨੇ ਉਧਰੋਂ ਕੰਮ ਨਹੀਂ ਬਣਿਆ ਤੇ ਇਧਰਲੇ ਪਾਸੋਂ ਆਇਆ ਇੱਥੇ ਸੈਟਲ ਹੋਣ ਵਾਸਤੇ ਹੀ ਰਿਹਾ। ਮੈਂ ਆਪਣੀ ਜਿਹੜੀ ਲਾਸਟ ਸ਼ੋਅ 'ਚ ਰਿਪੀਟ ਕੀਤੀ ਸੀ ਗੱਲ, ਹੁਣ ਮੈਂ ਫੇਰ ਰਿਪੀਟ ਕਰੂੰਗੀ ਕਿ ਜਿਹੜੀ ਤੁਹਾਡੀ ਰਿਫਿਊਜ਼ਲ ਹੈ ਉਹਦਾ ਇੱਕੋ ਇੱਕ ਰੀਜ਼ਨ ਹੁੰਦਾ ਹੈ ਕਿ ਤੁਹਾਡੀ ਜਿਹੜੀ ਫਾਈਲ ਹੈ ਉਹ ਪ੍ਰੋਪਰਲੀ ਪ੍ਰਿਪੇਅਰ ਨਹੀਂ ਸੀ, ਤਾਂ ਕਰਕੇ ਰਿਫਿਊਜ਼ਲ ਆਈ ਹੈ। ਇਹਦਾ ਮਤਲਬ ਇਹ ਨਹੀਂ ਕਿ ਬੱਚੇ 'ਚ ਕੋਈ ਨੁਕਸ ਹੈਗਾ। ਬੱਚੇ 'ਚ ਕੋਈ ਨੁਕਸ ਨਹੀਂ ਹੈਗਾ, ਬੱਚੇ ਦੀ ਫਾਈਲ ਪ੍ਰੋਪਰਲੀ ਨਹੀਂ ਬਣੀ। ਜੇ ਬੱਚੇ ਦੀ ਫਾਈਲ ਪ੍ਰੋਪਰਲੀ ਬਣੂਗੀ
ਤਾਂ ਉਹਦਾ ਨੈਕਸਟ ਵੀਜ਼ਾ ਆਊਗਾ ਜੀ। ਠੀਕ ਹੈ, ਸੋ ਵੀਜ਼ਾ ਨੈਕਸਟ ਜ਼ਰੂਰ ਆ ਸਕਦਾ, ਲੇਕਿਨ ਉਹਦੇ ਵਾਸਤੇ ਤੁਹਾਨੂੰ ਕੰਸਲਟੈਂਟ ਦੀ ਚੋਣ ਜਿਹੜੀ ਆ ਉਹ ਸੋਚ ਸਮਝ ਕੇ ਕਰਨੀ ਪਊਗੀ। ਸੋ ਨੰਬਰ ਸਕਰੀਨ ਦੇ ਉੱਤੇ ਲਗਾਤਾਰ ਡਿਸਪਲੇ ਹੋ ਰਿਹਾ, ਕਾਲ ਕਰਦੇ ਰਿਹਾ ਕਰੋ, ਸਵਾਲ ਡਿਸਕਸ ਕਰਦੇ ਰਿਹਾ ਕਰੋ। ਨੈਕਸਟ ਕਾਲਰ ਨੇ ਜੀ ਨਾਲ, ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ? ਜੀ, ਹਰਮਨਦੀਪ ਬੋਲ ਰਹੇ ਹਾਂ ਜੀ। ਓਕੇ, ਕੀ ਜਾਣਕਾਰੀ ਚਾਹੁੰਦੇ ਹੋ ਜੀ? ਸਾਡੇ ਨਾਲ ਸਾਡੇ ਸਟੱਡੀ ਵੀਜ਼ਾ ਐਕਸਪਰਟ ਮੌਜੂਦ ਨੇ ਜੀ। ਮੈਮ ਮੈਂ ਨਾ ਜਸਟ ਇਹੀ ਕਨਫਰਮ ਕਰਨਾ ਚਾਹੁੰਦਾ, ਮੇਰੀ 12th ਕੀਤੀ ਹੋਈ ਹੈ ਜੀ। ਓਕੇ, ਔਰ ਮੇਰਾ 3 ਸਾਲ ਦਾ ਗੈਪ ਹੈ, ਮੈਂ ਵਰਕ ਵੀਜ਼ਾ ਤੇ ਜਾਣਾ ਚਾਹੁੰਦਾ, ਹੋ ਸਕਦਾ ਜੀ ਕੁਝ? ਵਰਕ ਵੀਜ਼ਾ, ਮੈਡਮ ਕੀ ਕਹੋਗੇ ਜੀ? ਵਰਕ ਵੀਜ਼ਾ ਤੇ ਜਾਣਾ ਚਾਹੁੰਦੇ ਦੇਖੋ ਕੀ ਨਾਮ ਦੱਸਿਆ ਬੱਚੇ ਨੇ? ਇਹਨਾਂ ਨੇ ਆਪਣਾ ਨਾ ਹਰਮਨ ਦੱਸਿਆ। ਹਰਮਨ, ਡਾਇਰੈਕਟ ਤੁਸੀਂ ਵਰਕ ਵੀਜ਼ਾ ਤੇ ਇੱਥੋਂ ਨਹੀਂ ਜਾ ਸਕਦੇ, ਸੌਰੀ ਟੂ ਸੇ। ਜਦੋਂ ਤੱਕ ਤੁਹਾਡੇ ਕੋਲੇ ਅਪਰੂਵਡ LMIA ਨਹੀਂ ਹੈਗਾ ਉਦੋਂ ਤੱਕ ਤੁਸੀਂ ਵਰਕ ਵੀਜ਼ਾ ਤੇ ਨਹੀਂ ਜਾ ਸਕਦੇ। ਤੇ ਜੇ ਗੱਲ ਕਰਾਂਗੇ ਕੈਨੇਡਾ ਜਾਣ ਦੀ, ਕੈਨੇਡਾ ਮੈਂ ਤੁਹਾਨੂੰ ਭੇਜ ਸਕਦੀ ਹਾਂ। ਉਹ ਜਿਹੜਾ ਸਾਡਾ ਪ੍ਰੋਗਰਾਮ ਜਿਸ ਮਤਲਬ ਜਿਹੜੇ ਵੀਜ਼ਾ ਦੇ ਉੱਤੇ ਬੇਸਡ ਹੈ ਅੱਜ ਦਾ, ਉਸ ਬੇਸ ਤੇ ਤੁਸੀਂ ਜਿਹੜਾ ਹੈਗਾ ਕੈਨੇਡਾ ਜਾ ਸਕਦੇ ਹੋ। ਜੇ ਤੁਸੀਂ ਸਟੱਡੀ ਦੇ ਵਿੱਚ ਇੰਟਰਸਟਡ ਹੋ ਤਾਂ ਤੁਸੀਂ USA ਵੀ ਮੂਵ ਹੋ ਸਕਦੇ ਹੋ, ਉਹਦੇ ਵਿੱਚ ਵੀ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈ। ਜੇ ਤੁਸੀਂ ਕੰਮ ਕਰਨ 'ਚ ਇੰਟਰਸਟਡ ਹੋ ਤਾਂ ਇਹ ਪ੍ਰੋਗਰਾਮ ਤੁਹਾਡੇ ਲਈ ਬੈਸਟ ਆ, ਕਿਉਂਕਿ ਇਹਦੇ ਵਿੱਚ ਤੁਸੀਂ 3 ਤੋਂ 4 ਹਫ਼ਤੇ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ ਲਓਗੇ। ਟ੍ਰੇਨਿੰਗ ਲੈਣ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਵੀਜ਼ਾ ਉਹ ਮਤਲਬ ਜੌਬ ਦੇ ਵਿੱਚ ਜਾਂ ਵਰਕਿੰਗ ਵੀਜ਼ਾ ਦੇ ਵਿੱਚ ਕਨਵਰਟ ਹੋ ਜਾਏਗਾ ਜੀ। ਠੀਕ ਹੈ ਜੀ। ਸੋ ਹਰਮਨ ਜੀ, ਉਮੀਦ ਹੈ ਜਾਣਕਾਰੀ ਤੁਹਾਡੇ ਕੰਮ ਦੀ ਹੋਗੀ। ਡਾਇਰੈਕਟ ਵਰਕ ਪਰਮਿਟ ਜੇ ਤੁਹਾਨੂੰ ਕਹਿੰਦਾ ਵੀ ਹੈ ਤਾਂ ਚਾਂਸ ਦੇ ਵਿੱਚ ਬਿਲਕੁਲ ਨਾ ਆਇਓ, ਕਿਉਂਕਿ ਵਰਕ ਪਰਮਿਟ ਨਾਮ ਦੀ ਚੀਜ਼ ਨਹੀਂ, ਇਹੋ ਜਿਹੀ ਗੱਲ ਨਹੀਂ ਆਪਾਂ ਕਹਿ ਸਕਦੇ ਕਿ ਨਹੀਂ ਹੁੰਦੀ। 1% ਹੁੰਦੀ ਹੈ ਜੀ, ਸੋਚ 1% ਹੁੰਦੀ ਹੈ, ਉਹ ਹਰ ਕਿਸੇ ਦੇ ਹੱਥ ਵਾਸਤੇ ਨਹੀਂ ਹੁੰਦਾ। ਇਸ ਕਰਕੇ ਜੋ ਮੈਨੂੰ ਲੱਗਦਾ ਕਿ ਮੈਡਮ ਹੁਣੀ ਪ੍ਰੋਗਰਾਮ ਲੈ ਕੇ ਆਏ ਨੇ ਉਹ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈਗਾ। ਕਾਲਸ ਕਰਦੇ ਰਿਹਾ ਕਰੋ, ਸਵਾਲ ਡਿਸਕਸ ਕਰਦੇ ਰਿਹਾ ਕਰੋ। ਚਲੋ ਹੁਣ ਦਰਸ਼ਕ ਸੋਚ ਰਹੇ ਹੋਣਗੇ ਵੀ ਇੰਨੀਆਂ ਗੱਲਾਂ ਕਰ ਲੀਆਂ, ਅੱਗੇ ਇਹ ਦੱਸੋ ਵੀ ਅਪਲਾਈ ਕਿੱਦਾਂ ਕੀਤਾ ਜਾਊਗਾ ਤੇ ਟਾਈਮ ਕਿੰਨਾ ਲੱਗੂਗਾ ਐਪਲੀਕੇਸ਼ਨ ਅਪਲਾਈ ਕਰਨ ਦਾ ਪ੍ਰੋਸੈਸ ਇਜ਼ ਤੁਸੀਂ ਮੇਰੇ ਕੋਲ ਆਪਣੀ ਪ੍ਰੋਫਾਈਲ ਲੈ ਕੇ ਆਓ। ਸਭ ਤੋਂ ਪਹਿਲਾ ਪੁਆਇੰਟ, ਉਹਦੇ ਤੇ ਅਸੀਂ ਜਿਹੜੀ ਤੁਹਾਡੀ ਪ੍ਰੋਫਾਈਲ ਹੈ ਅਸੀਂ ਆਪਣੇ ਜਿਹੜੇ ਟਾਈ ਅਪਸ ਹੈਗੇ ਨੇ ਕੈਨੇਡਾ ਦੇ ਵਿੱਚ ਉੱਥੇ ਅਸੀਂ ਭੇਜਾਂਗੇ ਤੇ ਤੁਹਾਡਾ ਇੱਕ ਪਾਰਟਿਕੂਲਰ ਇਨਵੀਟੇਸ਼ਨ ਲੈਟਰ ਮੰਗਵਾਵਾਂਗੇ। ਉਸ ਇਨਵੀਟੇਸ਼ਨ ਲੈਟਰ ਦੇ ਬੇਸ ਤੇ ਤੁਹਾਡੀ ਜਿਹੜੀ ਪ੍ਰੋਫਾਈਲ ਆ ਉਹ ਰੈਡੀ ਹੋਏਗੀ। ਉਸ ਤੋਂ ਬਾਅਦ ਤੁਹਾਡੀ ਬਾਇਓਮੈਟ੍ਰਿਕ ਤੇ ਡੇਟ ਜਿਹੜੀ ਹੈਗੀ ਅਸੀਂ ਐਮਬੈਸੀ ਦੇ ਵਿੱਚ ਲਵਾਂਗੇ ਤੇ ਤੁਹਾਡੀ ਫਾਈਲ ਜਿਹੜੀ ਹੈ ਪੁੱਟ ਔਨ ਕਰ ਦਾਂਗੇ। ਬੇਸਿਕਲੀ ਜੇ ਮੋਟਾ ਆਪਾਂ ਗੱਲ ਕਰੀਏ 3 to 4 ਮੰਥਸ ਦੇ ਵਿੱਚ ਤੁਹਾਡੀ ਫਾਈਲ ਪੁੱਟ ਅਪ ਹੋ ਜਾਏਗੀ। ਤੇ ਜੋ ਵੀ ਐਮਬੈਸੀ ਅੱਗੇ ਟਾਈਮ ਲਾਉਂਦੀ ਹੈ ਦੈਟ ਡਿਪੈਂਡਸ ਔਨ ਐਮਬੈਸੀ, ਉਹ ਐਮਬੈਸੀ ਲਾਏਗੀ। ਤਾਂ ਮਤਲਬ ਜਿੰਨਾ ਕਿ ਸਟੱਡੀ ਵੀਜ਼ਾ ਤੇ ਟਾਈਮ ਲੱਗਦਾ ਉਨਾ ਕੁ ਟਾਈਮ ਹੀ ਇਹਦੀ ਪ੍ਰੋਸੈਸਿੰਗ ਤੇ ਲੱਗਦਾ। ਨੰਬਰ ਵੀ ਹੈਗੇ ਨੇ, ਕੋਈ ਮਾਇਨਾ ਰੱਖਦੇ ਵੀ 10ਵੀਂ ਕਲਾਸ 'ਚ ਨੰਬਰ ਵੀ ਇੰਨੇ ਹੋਣੇ ਚਾਹੀਦੇ ਨੇ ਅਕੈਡਮਿਕ? ਦੇਖੋ ਮੇਰੀ ਗੱਲ ਸੁਣੋ ਮਨਦੀਪ, ਤੁਹਾਡੇ 10ਵੀਂ ਦੇ ਨੰਬਰਾਂ ਦਾ ਤੁਹਾਨੂੰ ਲੱਗਦਾ ਕਿ ਕੈਨੇਡਾ 'ਚ ਕੋਈ ਵੈਲਿਊ ਹੋਏਗੀ? ਉਹ ਤਾਂ ਗੱਲ ਸੱਚੀ ਹੈ, ਪਰ ਫਿਰ ਵੀ 90% ਨੰਬਰ ਵੀ ਤੁਸੀਂ 10ਵੀਂ 'ਚੋਂ ਲੈ ਰੱਖੇ ਨੇ, ਫਿਰ ਵੀ ਤੁਸੀਂ ਕੈਨੇਡਾ 'ਚ ਜਾ ਕੇ ਕੀ ਕਰ ਲਓਗੇ? ਦਿਹਾੜੀ ਜੀ। ਸੋ ਠੀਕ ਹੈ ਨਾ, ਤਾਂ ਮੇਰੀਆਂ ਗੱਲਾਂ ਨੂੰ ਮੈਟਰ ਲੈਣਾ ਬਿਲਕੁਲ, ਸੋ ਉਹ ਮੈਟਰ ਨਹੀਂ ਕਰਦਾ ਹੈਗਾ। ਸਕਿੱਲਸ ਮੈਟਰ ਕਰਦੀਆਂ ਨੇ, ਤੁਹਾਡੇ ਕੋਲ ਕੀ ਸਕਿੱਲਸ ਹੈਗੀਆਂ ਨੇ ਤੇ ਤੁਸੀਂ ਕਿੱਦਾਂ ਆਪਣੇ ਆਪ ਨੂੰ ਅੱਗੇ ਪ੍ਰੈਜ਼ੈਂਟ ਕਰ ਰਹੇ ਹੋ। ਐਕਸਪੀਰੀਅੰਸ ਦੇ ਉੱਤੇ ਵੀ ਅਸੀਂ ਗੱਲ ਕੀਤੀ ਹੈ। ਅਗਲੇ ਦਰਸ਼ਕ ਸਾਡੇ ਨਾਲ ਨੇ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਜੀ। ਸੰਪਰਕ ਟੁੱਟ ਗਿਆ ਹੈ ਜੀ, ਪਲੀਜ਼ ਟੀਵੀ ਦੀ ਆਵਾਜ਼ ਘਟਾ ਕੇ ਗੱਲਬਾਤ ਕਰਿਆ ਕਰੋ। ਫੇਸਬੁੱਕ ਤੇ ਵੀ ਅਸੀਂ ਲਾਈਵ ਹੈਗੇ ਆ ਜੀ। ਸੋ ਫੇਸਬੁੱਕ ਤੇ ਲਾਈਵ ਆ ਜੀ, ਮੂਵ ਟੂ ਅਬਰੋਡ ਦੇ ਫੇਸਬੁੱਕ ਪੇਜ ਤੇ ਵੀ ਲਾਈਵ ਆ, ਲਿਵਿੰਗ ਇੰਡੀਆ ਨਿਊਜ਼ ਦੇ ਫੇਸਬੁੱਕ ਪੇਜ ਤੇ ਵੀ ਲਾਈਵ ਆ। ਜੇਕਰ ਤੁਸੀਂ ਆਵਾਜ਼ ਸਾਡੀ ਟੀਵੀ ਦੇ ਵਿੱਚ ਸੁਣਨੀ ਹੈ ਤਾਂ ਵਧੀਆ ਫੇਸਬੁੱਕ ਤੇ ਮੜਾ ਪਿੱਛੇ ਕਰਕੇ ਉੱਥੇ ਆਵਾਜ਼ ਸੁਣ ਲਿਓ, ਆਪਦੀ ਵੀ ਤੇ ਸਾਡੀ ਵੀ ਸੁਣ ਲਿਓ। ਖਰਚੇ ਦੀ ਗੱਲ ਕਰ ਲੈਂਦੇ ਆ ਵੀ ਖਰਚਾ ਉੱਕਾ ਪੁੱਕਾ ਕਿੰਨਾ ਕੁ ਲੱਗੂਗਾ, ਘੱਟੋ ਘੱਟ ਖਰਚਾ ਕੀ ਹੈ ਤੇ ਟਾਈਮਿੰਗ ਕੀ ਹੈ ਇਹਦੀ। ਜਿਹੜਾ ਆਪਾਂ ਕੋਰਸ ਕਰਨ ਲਈ ਜਾਣਾ ਹੈ ਇਹ ਹਫ਼ਤਿਆਂ ਤੋਂ ਲੈ ਕੇ ਕਿੰਨੇ ਮਹੀਨਿਆਂ ਦਾ ਜਾਂ ਕਿੰਨੇ ਸਾਲਾਂ ਤੱਕ ਦਾ ਹੈਗਾ? ਪਹਿਲਾਂ ਟਾਈਮਿੰਗ ਕਲੀਅਰ ਕਰ ਦਨੀ ਹੈ। ਟਾਈਮਿੰਗ ਇਹਦੇ ਵਿੱਚ ਜਿਹੜੀ ਮਿਨੀਮਮ ਹੈਗੀ ਹੈ ਦੈਟ ਇਜ਼ 4 ਵੀਕਸ ਟੂ 6 ਮੰਥ। ਠੀਕ ਹੈ, 6 ਮੰਥ ਤੋਂ ਘੱਟ ਦਾ ਵੀਜ਼ਾ ਲੱਗੂਗਾ, ਜ਼ਿਆਦਾ ਦਾ ਨਹੀਂ ਲੱਗਦਾ। 7 ਮੰਥਸ ਦਾ ਵੀ ਕੋਰਸ ਤੁਹਾਡਾ ਨਹੀਂ ਆਊਗਾ। ਠੀਕ ਹੈ, ਰਾਈਟ, ਪਹਿਲੀ ਚੀਜ਼। ਦੂਜਾ ਸਵਾਲ ਤੁਹਾਡਾ ਕੀ ਸੀਗਾ ਮਨਦੀਪ, ਕਿ ਇਹਦੇ ਵਿੱਚ ਖਰਚਾ ਕੀ ਆਊਗਾ? ਹੁਣ ਖਰਚੇ ਦੀ ਜੇ ਮੈਂ ਗੱਲ ਕਰਾਂ ਤਾਂ ਖਰਚਾ ਇਜ਼ ਇੰਟਾਇਰਲੀ ਇਹ ਡਿਪੈਂਡ ਕਰਦਾ ਕਿ ਬੱਚੇ ਦਾ ਕੋਰਸ ਕੀ ਹੈ ਤੇ ਬੱਚੇ ਦੀ ਉਹਦੀ ਕੋਰਸ ਦੀ ਡਿਊਰੇਸ਼ਨ ਕੀ ਹੈ। ਰਾਈਟ, ਜਿੰਨਾ ਟੈਕਨੀਕਲ ਉਹਦਾ ਕੋਰਸ ਹੋਏਗਾ ਜਾਂ ਜਿੰਨਾ ਲੌਂਗ ਉਹਦਾ ਕੋਰਸ ਹੋਏਗਾ, ਟ੍ਰੇਨਿੰਗ ਹੋਏਗੀ, ਉਨਾ ਹੀ ਉਹਦਾ ਜਿਹੜਾ ਖਰਚਾ ਉਹ ਜ਼ਿਆਦਾ ਹੋਊਗਾ। ਮਿਨੀਮਮ ਜਿਹੜਾ ਹੈਗਾ ਕੋਰਸ ਤੇ ਮਿਨੀਮਮ ਜਿਹੜਾ ਇਹਦਾ ਖਰਚਾ ਉਹ 2 ਜਾਂ 2.5 ਲੱਖ ਤੋਂ ਸਟਾਰਟਿੰਗ ਹੈਗੀ। ਠੀਕ ਹੈ, ਆਪਾਂ ਨਾ ਜਿਹੜੀ ਬਿਲਕੁਲ ਲੋ ਪ੍ਰੋਫਾਈਲ ਹੈ ਉਹਦਾ ਡਿਸਕਸ ਕਰ ਰਹੇ ਆ ਵੀ 10 ਪੜਿਆ ਹੋਇਆ, 12 ਪੜਿਆ ਹੋਇਆ। ਵਿਦਿਆਰਥੀ ਉਹ ਵੀ ਬਹੁਤ ਸਾਰੇ ਬੈਠੇ ਹੋਣਗੇ ਜਿਨ੍ਹਾਂ ਨੇ ਬੀਟੈਕ ਕੀਤੀ ਹੋਗੀ, BSc ਕੀਤੀ ਹੋਗੀ, BEd ਕੀਤੀ ਹੋਗੀ। ਉਹਨਾਂ ਨੂੰ ਵੀ ਇਹ ਸ਼ਾਰਟ ਟਰਮ ਕੋਰਸ ਦਾ ਹਿੱਸਾ ਉਹਨਾਂ ਨੂੰ ਤਾਂ ਭੱਜ ਕੇ ਇਨਵੀਟੇਸ਼ਨ ਮਿਲਣਾ ਜੀ, ਉਹਨਾਂ ਨੂੰ ਵੀ ਹਿੱਸਾ ਬਣਨਾ। ਟੈਕਨੀਕਲ ਬੰਦੇ ਚਾਹੀਦੇ ਆ। ਠੀਕ ਹੈ ਜੀ, ਟੈਕਨੀਕਲ ਬੰਦੇ ਮਤਲਬ ਮਨ ਚ ਇਹ ਚੀਜ਼ ਜੀ। ਹੁਣ ਕੋਵਿਡ ਕਰਕੇ ਜਿਹੜੇ ਹੈਲਥ ਨਾਲ ਰਿਲੇਟਡ ਜਿਹੜੇ ਹੈਗੇ ਨੇ ਉਹ ਮਤਲਬ
ਡਿਪਾਰਟਮੈਂਟਸ ਹੈਗੇ ਨੇ ਹਨਾ, ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਸੋ ਮਨ 'ਚ ਇਹ ਚੀਜ਼ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਜੇਕਰ ਤੁਸੀਂ ਵੱਧ ਵੀ ਪੜ੍ਹੇ ਹੋ ਤਾਂ ਵੀ ਤੁਸੀਂ ਪ੍ਰੋਗਰਾਮ ਦਾ ਹਿੱਸਾ ਅਦਰ ਵਰਡਸ ਜੇ ਤੁਸੀਂ ਗੱਲ ਕਰੋ, ਜੇ ਤੁਸੀਂ ਸਟੱਡੀ ਵੀਜ਼ਾ ਲਈ ਐਲੀਜੀਬਲ ਨਹੀਂ ਹੈਗੇ, ਪੀਆਰ ਲਈ ਵੀ ਐਲੀਜੀਬਲ ਨਹੀਂ ਹੈਗੇ, ਦੈਨ ਯੂ ਸ਼ੁਡ ਗੋ ਫॉर ਦਿਸ। ਕਿਉਂਕਿ ਬਹੁਤ ਸਾਰੇ ਐਸੇ ਵਿਦਿਆਰਥੀ ਨੇ ਜਿਹੜੇ 3-3 4-4 ਵਾਰੀ ਪੇਪਰ ਅਟੈਂਪਟ ਕਰਦੇ ਨੇ ਤੇ ਇੱਕ ਮੋਡਿਊਲ 'ਚ 5 ਬੈਂਡ ਜਾਂ 2 'ਚ 5.5 3 5.5 ਤੇ ਅੜ ਹੀ ਜਾਂਦੇ ਨੇ, ਨਹੀਂ ਵੱਧ ਪਾ ਰਹੇ। ਸੋ ਉਹਨਾਂ ਵਾਸਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਅੱਛਾ ਪ੍ਰੋਗਰਾਮ ਹੈ। ਅੱਗੇ ਸੈਟਲਮੈਂਟ ਦੇ ਕੀ ਆਪਸ਼ਨ ਹੈਗੇ ਆ? ਵਿਦਿਆਰਥੀ ਕੋਰਸ ਕਰਕੇ ਵਾਪਸ ਆਪਣੇ ਮੁਲਕ ਪਰਤੂਗਾ ਜਾਂ ਫਿਰ ਉੱਥੇ ਰਹੂਗਾ? ਮੈਨੂੰ ਪਤਾ ਹੈ ਪਿਛਲੇ ਸ਼ੋਅ 'ਚ ਵੀ ਅਸੀਂ ਡਿਸਕਸ ਕੀਤਾ ਸੀ, ਲੇਕਿਨ ਦਰਸ਼ਕ ਸਾਡੇ ਨਾਲ ਹਰ ਵਾਰ ਹੋਰ ਜ਼ਿਆਦਾ ਜੁੜਦੇ ਨੇ, ਪਿਆਰ ਬਹੁਤ ਦਿੰਦੇ ਨੇ ਸਾਡੇ ਸ਼ੋਅ ਨੂੰ। ਸੋ ਜ਼ਰੂਰ ਤੁਹਾਡੇ ਕੋਲ ਜਵਾਬ ਨਹੀਂ, ਬਿਲਕੁਲ ਮੈਂ ਹਰ ਵਾਰ ਜਿੰਨੀ ਵਾਰੀ ਤੁਸੀਂ ਪੁੱਛੋਗੇ ਮਨਦੀਪ, ਮੈਂ ਉਨੀ ਵਾਰੀ ਜਵਾਬ ਦਊਂਗੀ। ਜਦੋਂ ਤੁਹਾਡਾ ਟ੍ਰੇਨਿੰਗ ਕੋਰਸ ਕੰਪਲੀਟ ਹੋ ਜਾਏਗਾ ਜੀ, ਉਦੋਂ ਤੁਹਾਨੂੰ ਇੱਕ ਸਰਟੀਫਿਕੇਟ ਉੱਥੋਂ ਇਸ਼ੂ ਹੁੰਦਾ ਹੈ ਤੇ ਜਿਹੜਾ ਇੰਸਟੀਚਿਊਟ ਜਾਂ ਜਿਹੜੀ ਅਕੈਡਮੀ ਜਾਂ ਜਿਹੜੀ ਕੰਪਨੀ ਤੁਹਾਨੂੰ ਟ੍ਰੇਨਿੰਗ ਕਰਾ ਰਹੀ ਹੈ, ਉਹ ਹੀ ਤੁਹਾਡੀ ਇੰਟਰਵਿਊਜ਼ ਅਰੇਂਜ ਕਰਦੇ ਆ। ਉਹਦੇ ਬੇਸਿਸ ਤੇ ਤੁਹਾਡੀ ਪਲੇਸਮੈਂਟ ਹੁੰਦੀ ਹੈ ਤੇ ਤੁਸੀਂ ਉੱਥੇ ਜਿਹੜਾ ਹੈਗਾ ਪਲੇਸਡ ਹੋ ਜਾਂਦੇ ਹੋ ਔਨ ਅ ਜੌਬ। ਠੀਕ ਹੈ, ਜੌਬ ਡਿਪੈਂਡ ਕਰਦਾ ਕਿ ਤੁਹਾਡੀ ਟ੍ਰੇਨਿੰਗ ਕਿਹਦੇ ਵਿੱਚ ਆ, ਉਹਦੇ ਵਿੱਚ ਜਿਹੜੀ ਹੈਗੀ ਤੁਹਾਡੀ ਜੌਬ ਹੁੰਦੀ ਹੈ। ਸੋ ਦਿਸ ਇਜ਼ ਦਾ ਆਈਡੀਆ। ਤੇ ਜਦੋਂ ਤੁਹਾਡਾ ਵੀਜ਼ਾ ਜਿਹੜਾ ਉਹਦੇ ਵਿੱਚ ਕਨਵਰਟ ਹੋ ਜਾਏਗਾ, ਉਸ ਤੋਂ ਬਾਅਦ ਤੁਹਾਡੇ ਸਟੱਡੀ ਵੀ ਤੁਸੀਂ ਕੈਨੇਡਾ ਦੀ ਲਈ ਹੋਈ ਹੈ, ਟ੍ਰੇਨਿੰਗ ਤੁਸੀਂ ਕੈਨੇਡਾ ਤੋਂ ਲਈ ਹੋਈ ਹੈ ਤੇ ਤੁਹਾਡੇ ਕੋਲ ਕੈਨੇਡਾ ਦੇ ਵਰਕਿੰਗ ਆਵਰਸ ਵੀ ਇਨਕਲੂਡ ਹੋ ਰਹੇ ਨੇ, ਤਾਂ ਤੁਹਾਡੀ ਜਿਹੜੀ ਫਾਈਲ ਹੈ ਉਹ ਅੱਗੇ ਜਾ ਕੇ ਪੀਆਰ ਲਈ ਵੀ ਤੁਸੀਂ ਪੁੱਟ ਆਨ ਕਰ ਸਕਦੇ ਹੋ। ਸੌਖੀ ਭਾਸ਼ਾ ਦੇ ਵਿੱਚ ਤੁਹਾਨੂੰ ਵਾਪਸ ਆਉਣ ਦੀ ਕੋਈ ਲੋੜ ਨਹੀਂ ਹੈ। ਅੱਗੇ ਜਾ ਕੇ ਬਹੁਤ ਸਾਰੇ ਆਪਸ਼ਨਸ ਤੁਹਾਨੂੰ ਅਵੇਲੇਬਲ ਮਿਲ ਜਾਣਗੇ, ਪਰ ਉਹਦੇ ਵਾਸਤੇ ਤੁਹਾਨੂੰ ਕੰਸਲਟੈਂਟ ਦੀ ਚੋਣ ਜਿਹੜੀ ਆ ਉਹ ਸਹੀ ਸੋਚ ਸਮਝ ਕੇ ਕਰਨੀ ਪਊਗੀ। ਧਿਆਨ ਰੱਖਣ ਵਾਲੀਆਂ ਕਿਹੜੀਆਂ ਗੱਲਾਂ ਨੇ ਜਿਹੜਾ ਵੀ ਐਪਲੀਕੈਂਟ ਇਸ ਕੋਰਸ ਦਾ ਹਿੱਸਾ ਬਣਨਾ ਚਾਹੁੰਦਾ ਉਹਦੇ ਵਾਸਤੇ? ਉਹਦੇ ਲਈ ਇੱਕੋ ਹੀ ਧਿਆਨ ਦੇਣ ਦੀ ਲੋੜ ਹੈ ਕਿ ਤੁਸੀਂ ਸਹੀ ਜਗ੍ਹਾ ਤੇ ਪਹੁੰਚੋ ਤੇ ਤੁਹਾਡਾ ਇਨਵੀਟੇਸ਼ਨ ਸਹੀ ਜਗ੍ਹਾ ਤੋਂ ਆਵੇ। ਜੀ ਠੀਕ ਹੈ, ਸੋ ਸਹੀ ਜਗ੍ਹਾ ਤੋਂ। ਅੱਛਾ, ਇਹਦੇ 'ਚ ਕੋਈ ਪ੍ਰੋਵਿੰਸ ਦਾ ਵੀ ਮੈਟਰ ਹੈਗਾ ਕਿ ਕਈ ਜਿੱਦਾਂ ਸਟੱਡੀ ਵੀਜ਼ਾ ਦੀ ਗੱਲ ਆਉਂਦੀ ਹੈ, ਉੱਥੇ ਲੋਕੀ ਕਹਿਣ ਲੱਗ ਜਾਂਦੇ ਵੀ ਮੇਰਾ ਫਰੈਂਡ ਉੱਥੇ ਗਿਆ ਜਾਂ ਮੇਰੇ ਤਾਇਆ ਜੀ ਉੱਥੇ ਨੇ, ਭੂਆ ਜੀ ਉੱਥੇ ਨੇ, ਉਹਨਾਂ ਦੇ ਕੋਲ ਜਾਣਾ। ਸੋ ਇਹਦਾ ਵੀ ਕੁਝ ਏਦਾਂ ਦਾ ਹੈਗਾ ਤੁਹਾਡੇ ਹਰ ਜਗ੍ਹਾ ਤੇ ਪੂਰੇ ਕੈਨੇਡਾ ਦਾ? ਵੈਸੇ ਤਾਂ ਆਪਦੀ ਪ੍ਰਾਇੋਰਟੀ ਵੀ ਚੱਲੂਗੀ ਕਿ ਤੁਸੀਂ ਰਿਕਮੈਂਡ ਕਰੋਗੇ? ਦੇਖੋ, ਮੈਂ ਤਾਂ ਕਹੂੰਗੀ ਵੀ ਜਦੋਂ ਬੱਚਾ ਸਾਡੇ ਕੋਲੇ ਆ ਗਿਆ, ਹੁਣ ਉਹਨੂੰ ਜਦੋਂ ਆਪਾਂ ਡਾਕਟਰ ਕੋਲੇ ਜਾਂਦੇ ਆ ਤਾਂ ਆਪਾਂ ਡਾਕਟਰ ਤੇ ਛੱਡ ਦਿੰਦੇ ਆ, ਉੱਕਾ ਪੁੱਕਾ ਵੀ ਤੂੰ ਸਾਨੂੰ ਬਚਾ ਲਾ। ਤਾਂ ਜਦੋਂ ਬੱਚਾ ਸਾਡੇ ਕੋਲੇ ਆ ਜਾਂਦਾ, ਅਸੀਂ ਬੱਚੇ ਨੂੰ ਵੀ ਇਹੀ ਕਹਿੰਦੇ ਵੀ ਤੂੰ ਸਾਡੇ ਤੇ ਛੱਡ ਦੇ, ਅਸੀਂ ਤੈਨੂੰ ਭੇਜ ਦਾਂਗੇ। ਕੈਨੇਡਾ ਹੀ ਭੇਜਾਂਗੇ, ਸ਼੍ਰੀਲੰਕਾ ਨਹੀਂ ਭੇਜਦੇ। ਜੀ ਠੀਕ ਹੈ, ਸੋ ਕੈਨੇਡਾ ਹੀ ਭੇਜਣਗੇ, ਸ਼੍ਰੀਲੰਕਾ ਨਹੀਂ ਭੇਜਣਗੇ। ਅੱਛਾ, ਬਹੁਤ ਸਾਰੇ ਅਗਲੇ ਦਰਸ਼ਕ ਨਾਲ ਨੇ ਜੀ। ਸਵਾਗਤ, ਸਤਿ ਸ੍ਰੀ ਅਕਾਲ। ਮੇਰਾ ਨਾਮ ਗੁਰਪ੍ਰੀਤ ਕੌਰ ਹੈ, ਮੈਂ ਪਟਿਆਲੇ ਤੋਂ ਗੱਲ ਕਰ ਰਹੀ ਹਾਂ। ਕੀ ਸਵਾਲ ਹੈ ਗੁਰਪ੍ਰੀਤ ਜੀ? ਮੈਮ ਮੈਂ ਗ੍ਰੈਜੂਏਸ਼ਨ ਕਰੀ ਹੈ 2018-19 ਚ ਤੇ ਮੇਰੇ 6 ਬੈਂਡ ਹੈ ਮੈਮ ਓਵਰਆਲ ਔਰ ਈਚ, ਐਂਡ ਮੈਮ ਮੇਰੀ 3 ਟਾਈਮ ਰਿਫਿਊਜ਼ਲ ਆ ਚੁੱਕੀ ਹੈ ਸਟੱਡੀ ਵੀਜ਼ੇ ਚ। ਜੀ ਕੀ ਰੀਜ਼ਨ ਰਿਹਾ ਤੁਹਾਡੀ ਰਿਫਿਊਜ਼ਲ ਦਾ? ਕੀ ਰੀਜ਼ਨ ਲਿਖ ਕੇ ਆਇਆ ਗੁਰਪ੍ਰੀਤ? ਰਿਫਿਊਜ਼ਲ ਦਾ ਰੀਜ਼ਨ ਮੈਮ ਇੱਕ ਤਾਂ ਮੈਮ ਗੈਪ, ਵੈਸੇ ਤਾਂ ਕੋਈ ਰਿਫਿਊਜ਼ਲ ਨਹੀਂ ਮੈਮ, ਉਹਨਾਂ ਨੇ ਰੀਜ਼ਨ ਨਹੀਂ ਕੋਈ ਦਿੱਤਾ ਹੈਗਾ ਉਹਦਾ। ਨਹੀਂ, ਫਿਰ ਵੀ ਕੁਝ ਤਾਂ ਲਿਖ ਕੇ ਆਇਆ ਹੋਏਗਾ ਨਾ ਰਿਫਿਊਜ਼ਲ ਲੈਟਰ ਤੇ। ਰਿਫਿਊਜ਼ਲ ਮੈਮ ਯੂ ਵਿਲ ਨਾਟ ਐਲੀਜੀਬਲ ਸਮਥਿੰਗ ਐਵੇਂ ਦਾ ਹੀ ਕੁਝ। ਚਲੋ ਕੋਈ ਗੱਲ ਨਹੀਂ, ਉਹ ਕੋਈ ਵੀ ABC ਜਾਂ ਤਾਂ ਤੁਹਾਨੂੰ ਇਹ ਲਿਖਿਆ ਹੋਣਾ ਉਹਨਾਂ ਨੇ ਕਿ ਤੁਸੀਂ ਵਾਪਸ ਨਹੀਂ ਆਉਣਾ, ਐਦਾਂ ਦਾ ਕੋਈ ਉਹਨਾਂ ਨੇ ਰੀਜ਼ਨ ਦਿੱਤਾ ਹੋਏਗਾ। ਤੇ ਚਲੋ ਕੋਈ ਗੱਲ ਨਹੀਂ, ਜੇ ਤਾਂ ਤੁਸੀਂ ਜਾਣਾ ਚਾਹੁੰਦੇ ਹੋ ਗੁਰਪ੍ਰੀਤ ਸਟੱਡੀ ਵੀਜ਼ਾ ਤੇ, ਤਾਂ ਤੁਹਾਡੀ ਜਿਹੜੀ ਫਾਈਲ ਆ ਉਹ ਅੱਛੀ ਹੈ, ਰਾਈਟ? ਤਾਂ ਤੁਸੀਂ ਸਟੱਡੀ ਵੀਜ਼ਾ ਤੇ ਜਾ ਸਕਦੇ ਹੋ, ਤੁਸੀਂ ਉਹਦੇ ਲਈ ਰੀ ਅਪਲਾਈ ਕਰ ਸਕਦੇ ਹੋ। ਮੈਂ ਤੁਹਾਡੇ ਰਿਫਿਊਜ਼ਲ ਲੈਟਰ ਇੱਕ ਵਾਰੀ ਚੈੱਕ ਕਰ ਲੂੰਗੀ ਪਰਸਨਲੀ ਕਿ ਉਹਦੇ ਵਿੱਚ ਕੀ ਇਸ਼ੂ ਸੀ ਤੇ ਉਹਨੂੰ ਰੀ ਅਪਲਾਈ ਕਰਾਂਗੇ। ਸੈਕੰਡਲੀ, ਜੇ ਤੁਸੀਂ ਸਟੱਡੀ ਵੀਜ਼ਾ ਤੇ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਟ੍ਰੇਨਿੰਗ ਪ੍ਰੋਗਰਾਮ ਤੇ ਜਾ ਸਕਦੇ ਹੋ, ਉੱਥੇ ਟ੍ਰੇਨਿੰਗ ਪੂਰੀ ਕਰਕੇ, ਕਿਉਂਕਿ ਆਲਰੇਡੀ ਤੁਸੀਂ ਗ੍ਰੈਜੂਏਟ ਹੋ, ਹੋਰ ਕਿੰਨਾ ਕੁ ਪੜੋਗੇ, ਹਨਾ? ਤੇ ਉੱਥੇ ਜਾ ਕੇ ਟ੍ਰੇਨਿੰਗ ਪੂਰੀ ਕਰੋ ਤੇ ਆਪਣਾ ਜਿਹੜਾ ਹੈਗਾ ਕੰਮ ਤੇ ਲੱਗੋ, ਜਿਹੜਾ ਕੰਮ ਤੁਹਾਡਾ ਹੈਗਾ ਕੈਨੇਡਾ ਜਾ ਕੇ। ਆਪਣਾ ਜਿਹੜਾ ਜੋ ਵੀ ਆਪਣੇ ਭਵਿੱਖ ਨੂੰ ਲੈ ਕੇ ਸੁਪਨੇ ਸੰਜੋਏ ਨੇ ਉਹਨਾਂ ਵੱਲ ਨੂੰ ਅੱਗੇ ਵਧੋ। ਅਗਲੇ ਦਰਸ਼ਕ ਦੀ ਕਾਲ ਲੈਣ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਸਵਾਲ ਪੁੱਛ ਲੈਣੀ ਆ ਵੀ ਮਾਰਕੀਟ 'ਚ ਬਹੁਤ ਸਾਰੇ ਸਟੱਡੀ ਵੀਜ਼ਾ ਐਕਸਪਰਟ ਨੇ, ਤੁਹਾਡੇ ਕੋਲ ਇਹੋ ਜਿਹਾ ਕੀ ਵੱਖਰਾ ਹੈ, ਤੁਸੀਂ ਇਹੋ ਜਿਹਾ ਕੀ ਕਰਦੇ ਹੋ ਵੀ ਤੁਹਾਡਾ ਮਾਰਕੀਟ ਸਕਸੈਸ ਰੇਟ ਵੀ ਬਹੁਤ ਵਧੀਆ ਹੈਗਾ? ਮੈਂ ਕੋਈ ਫੁੱਲੀਆਂ ਨਹੀਂ ਪਾ ਰਹੀ, ਜੋ ਸੱਚ ਹੈਗਾ ਮੈਂ ਉਹੀ ਬੋਲ ਰਹੀ ਹਾਂ। ਔਰ ਇਸ ਤੋਂ ਇਲਾਵਾ ਸਕਸੈਸ ਰੇਟ ਬਹੁਤ ਵਧੀਆ ਹੈਗਾ ਤੇ ਮਾਰਕੀਟ ਵੈਲਿਊ, ਦੋਨੇ ਚੀਜ਼ਾਂ ਬਹੁਤ ਅੱਛੀਆਂ ਨੇ। ਸੋ ਕੀ ਵੱਖਰਾ ਦੁਨੀਆ ਨਾਲੋਂ ਕੀ ਵੱਖਰਾ ਲੈ ਕੇ ਚੱਲ ਰਹੇ? ਮਨਦੀਪ, ਮੈਂ ਇਹਦੇ ਵਿੱਚ ਨਾ ਕਈ ਵਾਰੀ ਇਮੋਸ਼ਨਲ ਵੀ ਹੋ ਜਾਂਦੀ ਆ ਜਦੋਂ ਮੈਨੂੰ ਕੋਈ ਏਦਾਂ ਦਾ ਸਵਾਲ ਪੁੱਛਦਾ, ਹਨਾ? ਜਦੋਂ ਤੁਸੀਂ ਆਪਦਾ ਪਹਿਲਾ ਸ਼ੋਅ ਕੀਤਾ ਸੀਗਾ, ਤੁਸੀਂ ਕਿੰਨੀ ਕੁ ਮਿਹਨਤ ਕੀਤੀ ਸੀ? ਬਹੁਤ ਮਿਹਨਤ ਕੀਤੀ ਸੀ ਨਾ। ਹਾਲੇ ਤੱਕ ਵੀ ਮਿਹਨਤ ਜਾਰੀ ਹੈ। ਇਨ ਦਾ ਸੇਮ ਵੇ, ਜਦੋਂ ਮੈਂ ਆਪਣੀ ਪਹਿਲੀ ਪ੍ਰੋਫਾਈਲ ਲਾਈ ਸੀ USA ਦਾ ਸਟੱਡੀ ਵੀਜ਼ਾ, ਮੈਂ ਪਹਿਲੀ ਪ੍ਰੋਫਾਈਲ ਆਪਣਾ ਜਿਹੜਾ ਲਗਾਈ ਸੀਗੀ, ਤੇ ਮੈਂ ਪੂਰੀ ਮਿਹਨਤ ਕਰਕੇ ਬੱਚੇ ਨੂੰ ਪੂਰੀ ਤਿਆਰੀ ਕਰਾ ਕੇ ਇੰਟਰਵਿਊ ਦੀ ਆਪ ਪਰਸਨਲੀ, ਕਿਉਂਕਿ ਮੈਂ PhD ਇੰਗਲਿਸ਼ ਦੇ ਵਿੱਚ ਹੈਗੀ ਆ, ਮੈਂ ਲੈਕਚਰਰ ਵੀ ਐਜ਼ ਅ ਕੰਮ ਕੀਤਾ ਹੋਇਆ, ਹਨਾ? ਤਾਂ ਮੈਨੂੰ ਪਤਾ ਸੀਗਾ ਕਿ ਵੀ ਇੱਕ ਇੰਟਰਵਿਊ ਦੀ ਪ੍ਰੈਪਰੇਸ਼ਨ ਕਿਸ ਤਰੀਕੇ ਨਾਲ ਕਰਾਈ ਜਾ ਸਕਦੀ ਹੈ। ਮੈਂ ਪਰਸਨਲੀ ਬੱਚੇ ਨੂੰ ਇੰਟਰਵਿਊ ਦੀ ਪ੍ਰੈਪਰੇਸ਼ਨ ਵੀ ਕਰਾਈ, ਉਹਦੀ ਫਾਈਲ ਵੀ ਪ੍ਰਿਪੇਅਰ ਕੀਤੀ, ਉਹਦੀ ਸਾਰਾ ਕੁਝ ਮੈਂ ਆਪਣੇ ਹੱਥਾਂ ਨਾਲ ਕੀਤਾ ਤੇ ਉਹਦਾ ਰਿਜ਼ਲਟ ਸੀ ਜਿਹੜਾ ਪੋਜ਼ਿਟਿਵ ਆਇਆ। ਹੌਸਲਾ ਮਿਲ ਗਿਆ, ਹੌਸਲਾ ਵਧ ਗਿਆ। ਉਸ ਤੋਂ ਬਾਅਦ ਮੇਰਾ ਹੌਸਲਾ ਵਧਾਇਆ ਉਹਦੇ ਫਾਦਰ ਸਾਹਿਬ ਨੇ, ਜਿਹੜੇ ਮੈਨੂੰ ਆਏ ਤੇ ਉਹਨਾਂ ਨੇ ਮੇਰਾ ਧੰਨਵਾਦ ਕੀਤਾ ਕਿ ਕਹਿੰਦੇ ਵੀ ਅਸੀਂ ਤਾਂ ਤੁਹਾਡਾ ਨਾਮ ਪਰਮਾਤਮਾ ਤੋਂ ਵੀ ਪਹਿਲਾਂ ਲੈਨੇ ਆ, ਰਾਈਟ?
ਉਥੋਂ ਮੇਰਾ ਹੌਸਲਾ ਵਧਿਆ ਤੇ ਮੈਂ ਇਸ ਲਾਈਨ ਦੇ ਵਿੱਚ ਆਈ। ਠੀਕ ਹੈ, ਤੇ ਮੈਂ ਇੱਥੇ ਜਿਹੜੇ ਵੀ ਮੇਰੇ ਕੈਂਡੀਡੇਟਸ ਨੇ ਜਾਂ ਜਿਹੜੇ ਵੀ ਸਾਡੇ ਕਲਾਇੰਟਸ ਨੇ, ਉਹਨਾਂ ਨੂੰ ਮੈਂ ਇੱਕੋ ਗੱਲ ਕਹੂੰਗੀ ਵੀ ਜਿੰਨੀ ਮਿਹਨਤ ਮੈਂ ਉਸ ਟਾਈਮ USA ਦੀ ਪ੍ਰੋਫਾਈਲ ਤੇ ਕੀਤੀ ਸੀ, ਉਨੀ ਹੀ ਮਿਹਨਤ ਮੈਂ ਅੱਜ ਆਪਣੀਆਂ ਦੂਜੀਆਂ ਪ੍ਰੋਫਾਈਲਸ ਤੇ ਕਰਦੀ ਹਾਂ। ਚਾਹੇ ਮੇਰੇ ਕੋਲ ਹਜ਼ਾਰਾਂ ਦੀ ਗਿਣਤੀ 'ਚ ਫਾਈਲਾਂ ਨੇ, ਚਾਹੇ ਮੇਰੀ ਇਨਟੇਕ 'ਚ 250 ਵੀਜ਼ਾ ਵੀ ਨਿਕਲਦਾ, ਤਾਂ ਉਹ ਤਾਂ ਨਿਕਲਦਾ ਕਿਉਂਕਿ ਮੈਂ ਫਾਈਲ ਆਪਣੇ ਐਂਡ ਤੇ ਪ੍ਰਪੇਅਰ ਕਰਵਾਨੀ ਆ। ਮੇਰੇ ਫਾਈਲਿੰਗ ਆਫੀਸਰ ਨੂੰ ਮੈਂ ਖੁਦ ਗਾਈਡ ਕਰਦੀ ਆ ਸੋ ਦੈਟ ਕਿਸੇ ਵੀ ਬੱਚੇ ਦੀ ਰਿਫਿਊਜ਼ਲ ਨਾ। ਬਿਲਕੁਲ ਏਦਾਂ ਨਹੀਂ ਹੈਗਾ ਕਿ ਤੁਹਾਡੇ ਕੋਲੋਂ ਕੇਸ ਲੈ ਕੇ ਤੇ ਬਾਹਰੋਂ ਕੰਮ ਕਰਵਾਇਆ ਜਾਵੇ, ਨਹੀਂ। ਜਿਹੜਾ ਕੈਨੇਡੀਅਨ ਐਮਬੈਸੀ ਨੇ ਕੰਮ ਕਰਨਾ, ਜਿਹੜੇ ਟਾਈ ਅਪਸ ਨੇ ਕੰਮ ਕਰਨਾ, ਸਿਰਫ ਉਹੀ ਉਹਨਾਂ ਨੇ ਕਰਨਾ, ਬਾਕੀ ਸਾਰਾ ਕੰਮ ਮੈਡਮ ਹੁਣਾਂ ਵੱਲੋਂ ਖੁਦ ਹੀ ਕੀਤਾ ਜਾਂਦਾ। ਠੀਕ ਹੈ ਜੀ, ਸੋ ਅਗਲੇ ਦਰਸ਼ਕ ਵੀ ਨਾਲ ਜੁੜੇ ਨੇ ਲੇਕਿਨ ਵੇਲਾ ਬਹੁਤ ਘੱਟ ਹੈ, ਸੋ ਉੱਕੀ ਪੁੱਕੀ ਗੱਲ ਮੁਕਾ ਦਈਏ, ਸੁਨੇਹਾ ਸਾਰਿਆਂ ਨਾਲ ਸਾਂਝਾ ਕਰ ਦਿਓ ਜੀ। ਕੀ ਸੁਨੇਹਾ ਦਵਾਂ, ਦੱਸੋ, ਤੁਸੀਂ ਦੱਸੋ। ਤੁਸੀਂ ਦੱਸੋ ਕੀ ਸੁਨੇਹਾ ਦੋਗੇ? ਦੇਖੋ, ਬੱਚਿਆਂ ਨੂੰ ਤਾਂ ਮੇਰਾ ਇਹੀ ਸੁਨੇਹਾ ਕਿ ਟਰੈਵਲ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਘੱਟ ਹੋ ਗਈਆਂ ਨੇ, ਤਾਂ ਬੱਚੇ ਆਪਣੀ ਫਾਈਲਾਂ ਰੈਡੀ ਕਰਵਾਓ ਤੇ ਜਲਦੀ ਤੋਂ ਜਲਦੀ ਸੋ ਦੈਟ ਅਸੀਂ ਤੁਹਾਨੂੰ ਕੈਨੇਡਾ ਭੇਜ ਸਕੀਏ। ਦੂਜੀ ਗੱਲ, ਮੈਂ ਤੁਹਾਡੇ ਸ਼ੋਅ 'ਚ ਮਨਦੀਪ ਆਪਣੇ ਫੈਲੋ ਕੰਸਲਟੈਂਟਸ ਨੂੰ ਕਹਿਣਾ ਚਾਹੁੰਦੀ ਆ ਕਿ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਹੈ ਹਨਾ, ਡੈਫੀਨੇਟਲੀ ਇੱਕ ਬਿਜ਼ਨਸ ਹੈ, ਬਟ ਮੈਂ ਇਹ ਉਹਨਾਂ ਨੂੰ ਮੈਸੇਜ ਦੇਣਾ ਚਾਹੂੰਗੀ ਕਿ ਇਹਨੂੰ ਆਪਾਂ ਉੱਕਾ ਪੁੱਕਾ ਬਿਜ਼ਨਸ ਨਾ ਬਣਾਈਏ। ਰੀਜ਼ਨ ਇਜ਼ ਕਿ ਇਹਦੇ ਪਿੱਛੇ ਨਾ ਬੱਚਿਆਂ ਦੀਆਂ ਕਾਫੀ ਸਾਰੀਆਂ ਇਮੋਸ਼ਨਸ ਜੁੜੀਆਂ ਹੁੰਦੀਆਂ ਨੇ, ਤਾਂ ਆਪਾਂ ਉਹਨਾਂ ਇਮੋਸ਼ਨਸ ਨੂੰ ਪਿੱਛੇ ਛੱਡ ਕੇ ਆਪਣੇ ਬਿਜ਼ਨਸ ਦੀ ਉਹਦੇ ਵੱਲ ਨਾ ਦੇਖੀਏ, ਆਪਾਂ ਮਿਹਨਤ ਕਰਕੇ ਆਪਣੇ ਬੱਚੇ ਨੂੰ ਉਹਦੀ ਡੈਸਟੀਨੇਸ਼ਨ ਤੇ ਪਹੁੰਚਾਈਏ। ਇਹ ਆਪਣਾ ਟੀਚਾ ਹੋਣਾ ਚਾਹੀਦਾ। ਜੀ ਜੀ, ਬਹੁਤ ਹੀ ਵਧੀਆ ਸੁਨੇਹਾ ਕਿ ਕਿਤੇ ਨਾ ਕਿਤੇ ਸਿਰਫ ਆਪਣੇ ਵਪਾਰੀਕਰਨ ਵੱਲ ਧਿਆਨ ਨਾ ਦਿੱਤਾ ਜਾਵੇ, ਭਵਿੱਖ ਦਾ ਵੀ, ਵਿਦਿਆਰਥੀ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ। ਸੋ ਤੁਹਾਡਾ ਸੁਨੇਹਾ ਮੈਨੂੰ ਬਹੁਤ ਪਸੰਦ ਆਇਆ, ਹੋਪ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਇਆ ਹੋਊਗਾ। ਸੋ ਸਾਡੇ ਦਰਸ਼ਕਾਂ ਦੀ ਕਤਾਰ ਕਾਫੀ ਲੰਬੀ ਲੱਗੀ ਹੈ, ਲੇਕਿਨ ਹੁਣ ਤੁਹਾਡੇ ਸਵਾਲ ਦਾ ਜਵਾਬ ਸ਼ੋਅ ਤੋਂ ਬਾਅਦ ਹੀ ਤੁਹਾਨੂੰ ਮਿਲੂਗਾ। ਸਾਡੇ ਨਾਲ ਜਾਣਕਾਰੀ ਸਾਂਝੀ ਕਰ ਲਈ, ਰੁਝੇ ਵਿੱਚ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਥੈਂਕ ਯੂ ਜੀ। ਸੋ ਸਾਡੇ ਜਿਹੜੇ ਦਰਸ਼ਕ ਨੇ ਜੀ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਲਿਵਿੰਗ ਇੰਡੀਆ ਨਿਊਜ਼ ਦਾ ਉਪਰਾਲਾ ਹੈ ਜੀ, ਜਦੋਂ ਵੀ ਕਾਲ ਕਰਨ ਦੀ ਕੋਸ਼ਿਸ਼ ਕਰਦੇ ਹੋ ਸਾਡੇ ਨਾਲ ਮੌਜੂਦ ਸਟੱਡੀ ਵੀਜ਼ਾ ਐਕਸਪਰਟ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਨੇ। ਸੋ ਉਹੀ ਗੱਲ ਹੈ ਜੀ, ਭਾਵੇਂ ਸ਼ੋਅ ਤੋਂ ਬਾਅਦ ਕਾਲ ਕਰ ਲਿਓ, ਕੱਲ ਨੂੰ ਕਰ ਲਿਓ, ਪਰਸੋਂ ਨੂੰ, ਜਦੋਂ ਤੁਹਾਡਾ ਦਿਲ ਕਰੇ ਉਦੋਂ ਕਾਲ ਕਰ ਲਿਓ। ਨੰਬਰ ਸਕਰੀਨ ਦੇ ਉੱਤੇ ਲਗਾਤਾਰ ਡਿਸਪਲੇ ਹੋ ਰਿਹਾ ਹੈ ਤੇ ਮੈਡਮ ਹੁਣਾਂ ਦੀ ਟੀਮ ਵੱਲੋਂ ਜਾਂ ਖੁਦ ਮੈਡਮ ਵੱਲੋਂ ਤੁਹਾਡਾ ਜੋ ਵੀ ਬਣਦਾ ਜਵਾਬ ਸਹੀ ਹੋਊਗਾ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਊਗਾ। ਕੱਲ ਫਿਰ ਮਿਲਾਂਗੇ ਇਸੇ ਟਾਈਮ। ਰੱਖੋ ਧਿਆਨ, ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਧੰਨਵਾਦ, ਸਤਿ ਸ਼੍ਰੀ ਅਕਾਲ। ਜਨਰਲ ਇਨਟੇਕ ਦੇ ਲਈ ਅਪਲਾਈ ਕਰੋ। ਮੂਵ ਟੂ ਅਬਰੋਡ ਦੇ ਨਾਲ ਕਾਲ 9539395393। ਪੰਜਾਬ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਦਿਹਾਤੀ ਖੇਤਰ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਲਈ ਵਿਸ਼ੇਸ਼ ਤੌਰ ਉੱਤੇ ਜ਼ੋਰ ਦਿੱਤਾ। ਸੂਬਾ ਸਰਕਾਰ ਨੇ 3278 ਕਰੋੜ ਰੁਪਏ ਦੀ ਲਾਗਤ ਨਾਲ 28815 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਕਰਵਾਈ, ਜਦੋਂ ਕਿ 834 ਕਰੋੜ ਰੁਪਏ ਨਾਲ 6162 ਕਿਲੋਮੀਟਰ ਲਿੰਕ ਸੜਕਾਂ ਮੁਰੰਮਤ ਅਧੀਨ ਹਨ। ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦਿਆਂ 200 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਦੀਆਂ ਲਿੰਕ ਸੜਕਾਂ ਤੇ ਪੁਲਾਂ ਅਤੇ ਪੁਲੀਆਂ ਨੂੰ ਅਪਗ੍ਰੇਡ ਕੀਤਾ ਗਿਆ। ਪਿੰਡਾਂ ਦੇ ਵਿਕਾਸ ਲਈ ਵਚਨਬੱਧ ਪੰਜਾਬ ਸਰਕਾਰ। ਗਾਉਂਦਾ ਬਹੁਤ ਹੀ ਬੇਸੁਰਾ ਹੈ ਪਰ ਮੁੰਡਾ ਚੰਗਾ ਹੈ। ਜੋ ਤੁਹਾਨੂੰ ਪਸੰਦ ਹੋਵੇ ਤੇ ਫੈਮਿਲੀ ਨੂੰ ਵੀ। jeevansathi.com। ਪੰਜਾਬ ਦੇ ਉਦਯੋਗਿਕ ਢਾਂਚੇ ਦੇ ਵਿਕਾਸ ਲਈ ਸੂਬਾ ਸਰਕਾਰ